ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਵੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰੀ ਮਾਂ ਨੇ ਮੇਰਾ ਵਿਆਹ 15 ਸਾਲ ਦੀ ਉਮਰ ਵਿੱਚ ਇੱਕ 40 ਸਾਲ ਦੇ ਵਿਆਹੇ ਆਦਮੀ ਨਾਲ ਕਰ ਦਿੱਤਾ, ਜਿਸ ਦਾ ਪਹਿਲਾਂ ਹੀ ਇੱਕ ਪੁੱਤਰ ਸੀ। ਵਿਆਹ ਤੋਂ ਬਾਅਦ ਮੈਂ ਉਸ ਦੀ ਮਾਂ ਵਾਂਗ ਦੇਖਭਾਲ ਕੀਤੀ ਅਤੇ ਵਿਆਹ ਦੇ 4 ਸਾਲ ਬਾਅਦ ਮੇਰਾ ਪਤੀ ਕੰਮ ਲਈ ਸ਼ਹਿਰ ਤੋਂ ਬਾਹਰ ਚਲਾ ਗਿਆ। ਪੁੱਤਰ ਇਕੱਲੇ ਸੌਣ ਤੋਂ ਡਰਦਾ ਸੀ। ਮੈਂ ਉਸ ਨੂੰ ਰਾਤ ਨੂੰ ਆਪਣੇ ਨਾਲ ਸੌਣ ਦਿੱਤਾ। ਉਸ ਰਾਤ ਉਸ ਨੇ ਮੇਰੇ ਨਾਲ ਜੋ ਕੀਤਾ ਸੁਣ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਜਿਸ ਨੂੰ ਮੈਂ ਬੱਚਾ ਸਮਝ ਕੇ ਪਾਲਿਆ ਉਸ ਨੇ ਮੇਰੇ ਨਾਲ। ਮੇਰਾ ਨਾਮ ਮੀਨਾ ਹੈ। ਮੇਰੀ ਉਮਰ 15 ਸਾਲ ਦੇ ਕਰੀਬ ਸੀ ਜਦੋਂ ਮੇਰੀ ਮਾਂ ਨੇ ਮੇਰਾ ਵਿਆਹ 40 ਸਾਲ ਦੀ ਉਮਰ ਦੇ ਆਦਮੀ ਨਾਲ ਕਰਵਾ ਦਿੱਤਾ ਹੈ। ਮੈਂ ਵਿਆਹ ਤੋਂ ਨਾ ਖੁਸ਼ ਸੀ, ਕਿਉਂਕਿ ਮੈਂ ਬਹੁਤ ਛੋਟੀ ਸੀ। ਉਹ ਮੇਰੇ ਨਾਲੋਂ ਉਮਰ ਵਿੱਚ ਬਹੁਤ ਵੱਡਾ ਸੀ, ਪਰ ਮਾਂ ਦੀ ਜਿੱਦ ਦੇ ਸਾਹਮਣੇ ਮੈਂ ਮਜਬੂਰ ਸੀ। ਜਦੋਂ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੀ ਮਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹ ਵਿਆਹ ਨਹੀਂ ਕਰੇਗੀ ਮੈਂ ਮਰ ਜਾਵਾਂਗੀ। ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਤੁਹਾਨੂੰ ਜਲਦੀ ਤੋਂ ਜਲਦੀ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਤੁਹਾਡਾ ਇਨਕਾਰ ਤੁਹਾਡੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮੈਂ ਮਾਂ ਦੀ ਇਸ ਗੱਲ ਤੋਂ ਬਹੁਤ ਹੈਰਾਨ ਹੋਈ ਕਿ ਮਾਂ ਨੇ ਮੇਰੇ ਪਿਤਾ ਜੀ ਨਾਲ ਅਜਿਹਾ ਵਾਅਦਾ ਕਿਉਂ ਕੀਤਾ। ਮਜਬੂਰਨ ਮੈਨੂੰ ਇਸ ਰਿਸ਼ਤੇ ਲਈ ਹਾਂ ਕਰਨੀ ਪਈ। ਮੈਂ ਆਪਣੀ ਕਿਸਮਤ ਰੱਬ ਦੇ ਸਹਾਰੇ ਛੱਡ ਦਿੱਤੀ। ਮੇਰੀ ਮਾਂ ਬਹੁਤ ਖੁਸ਼ ਹੋ ਗਈ। ਮੇਰੇ ਮੱਥੇ ਨੂੰ ਚੁੰਮ ਕੇ ਕਿਹਾ, ਮੀਨਾ, ਮੈਂ ਜੋ ਵੀ ਕੀਤਾ ਤੇਰੇ ਭਲੇ ਲਈ ਕੀਤਾ। ਜੋ ਮਰਜ਼ੀ ਹੋ ਜਾਵੇ, ਸਹੁਰਿਆਂ ਤੋਂ ਮੂੰਹ ਮੋੜ ਕੇ ਵਾਪਿਸ ਨਾ ਆਵੀਂ। ਮੈਂ ਤੇ ਤੇਰੇ ਭਰਾ ਤੁਹਾਨੂੰ ਮਿਲਣ ਆਉਂਦੇ ਰਹਾਂਗੇ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਅੰਦਰੋਂ ਮੈਂ ਇਸ ਵਿਆਹ ਤੋਂ ਡਰੀ ਹੋਈ ਸੀ, ਕਿਉਂਕਿ ਮੈਂ ਬਹੁਤ ਛੋਟੀ ਸੀ। ਪਰ ਪਤਾ ਨਹੀਂ ਕਿਉਂ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਕਾਹਲੀ ਸੀ। ਮੈਂ ਅੱਗੇ ਪੜ੍ਹਨਾ ਲਿਖਣਾ ਚਾਹੁੰਦੀ ਸੀ। ਤੇਰੇ ਹੋਣ ਵਾਲਾ ਪਤੀ ਬਹੁਤ ਵਧੀਆ ਹੈ। ਤੁਸੀਂ ਜੋ ਕਹੋਗੇ ਉਹ ਸਭ ਸਵੀਕਾਰ ਕੀਤਾ ਜਾਵੇਗਾ। ਮੈਂ ਆਪਣੀ ਮਾਂ ਨੂੰ ਕਿਹਾ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਕਿ ਉਹ ਮੈਨੂੰ ਅੱਗੇ ਪੜ੍ਹਨ ਦੇਣਗੇ। ਮਾਂ ਨੇ ਕਿਹਾ, ਮੈਂ ਤੁਹਾਡੇ ਹੋਣ ਵਾਲੇ ਪਤੀ ਨਾਲ ਤੁਹਾਡੀ ਪੜ੍ਹਾਈ ਬਾਰੇ ਗੱਲ ਕਰ ਲਈ ਹੈ। ਉਹ ਤੁਹਾਨੂੰ ਕਿਸੇ ਚੰਗੇ ਕਾਲਜ ਵਿੱਚ ਦਾਖਲਾ ਦਿਵਾ ਦੇਣਗੇ ਤਾਂ ਤੁਸੀਂ ਅੱਗੇ ਪੜ੍ਹ ਸਕਦੇ ਹੋ। ਮੈਂ ਬਹੁਤ ਖੁਸ਼ ਸੀ। ਮੈਂ ਦੇਖਿਆ ਕਿ ਮੇਰੀ ਮਾਂ ਕੋਲ ਬਿਲਕੁਲ ਪੈਸੇ ਨਹੀਂ ਸਨ, ਪਰ ਮੇਰੀ ਮਾਂ ਮੇਰੇ ਵਿਆਹ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸੀ। ਮੇਰੇ ਲਈ ਸਾਰਾ ਸਮਾਨ ਖਰੀਦ ਕੇ ਲਿਆ ਰਹੀ ਸੀ। ਮੈਂ ਕਿਹਾ, ਮਾਂ, ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ? ਮਾਂ ਨੇ ਕਿਹਾ, ਤੇਰੇ ਪਤੀ ਨੇ ਬਹੁਤ ਸਾਰੇ ਪੈਸੇ ਭੇਜੇ ਹਨ ਤਾਂ ਜੋ ਮੇਰੀ ਪਤਨੀ ਨੂੰ ਵਿਆਹ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ। ਮੈਂ ਸੋਚ ਰਹੀ ਸੀ ਕਿ ਮੇਰੇ ਸਹੁਰੇ ਕਿਸ ਤਰ੍ਹਾਂ ਦੇ ਹਨ ਜੋ ਵਿਆਹ ਤੋਂ ਪਹਿਲਾਂ ਇੰਨੇ ਪੈਸੇ ਭੇਜ ਰਹੇ ਹਨ। ਪਰ ਮੈਂ ਖੁਸ਼ ਸੀ ਕਿ ਮੇਰਾ ਵਿਆਹ ਬਹੁਤ ਅਮੀਰ ਘਰ ਵਿੱਚ ਹੋ ਰਿਹਾ ਸੀ। ਘਰ ਦੀ ਆਰਥਿਕ ਤੰਗੀ ਕਾਰਨ ਛੋਟੀਆਂ-ਛੋਟੀਆਂ ਗੱਲਾਂ ਲਈ ਤਰਸਦੇ ਰਹਿੰਦੇ ਸੀ। ਕਈ ਵਾਰ ਮੈਂ ਦੇਖਿਆ ਹੈ ਕਿ ਅੱਧੀ ਰਾਤ ਨੂੰ ਮੇਰੀ ਮਾਂ ਤਿਆਰ ਹੋ ਕੇ ਕਿਤੇ ਜਾਂਦੀ ਅਤੇ ਜਦੋਂ ਸਵੇਰ ਵਾਪਸ ਆਉਂਦੀ ਤਾਂ ਹੱਥ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਅਤੇ ਮੈਂ ਮਾਂ ਨੂੰ ਪੁੱਛਦੀ ਕਿ ਉਹ ਰਾਤ ਨੂੰ ਕਿੱਥੇ ਜਾਂਦੀ ਹੈ। ਜੇਕਰ ਉਹ ਕੋਈ ਨੌਕਰੀ ਕਰਦੀ ਹੈ ਤਾਂ ਮੈਨੂੰ ਵੀ ਨਾਲ ਲੈ ਜਾਇਆ ਕਰੋ, ਮੈਂ ਵੀ ਤੁਹਾਡੀ ਹੈਲਪ ਕਰਵਾ ਦਿਆ ਕਰੂੰ। ਮਾਂ ਨੇ ਕਿਹਾ, ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਪ੍ਰਾਰਥਨਾ ਕਰੋ ਕਿ ਤੁਹਾਡਾ ਵਿਆਹ ਜਲਦੀ ਹੋ ਜਾਵੇ। ਇਹ ਇੱਕ ਵੱਡੀ ਜ਼ਿੰਮੇਵਾਰੀ ਹੈ। ਅੱਜ ਕੱਲ੍ਹ ਮਾਹੌਲ ਠੀਕ ਨਹੀਂ ਹੈ। ਅਜੇ ਮਾਹੌਲ ਵਿੱਚ ਕੁੜੀਆਂ ਦਾ ਵਿਆਹ ਜਲਦੀ ਤੋਂ ਜਲਦੀ ਕਰ ਲੈਣਾ ਚਾਹੀਦਾ ਹੈ। ਇਹ ਬਿਹਤਰ ਹੈ। ਸਾਡੇ ਘਰ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ ਅਤੇ ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੇਰਾ ਵਿਆਹ ਹੋਣਾ ਸੀ। ਰਵੀ ਨਾਂ ਦੇ ਬੰਦੇ ਨਾਲ ਮੇਰਾ ਵਿਆਹ ਹੋ ਗਿਆ ਸੀ। ਮੈਂ ਆਪਣੇ ਸੁਹਾਗ ਵਾਲੇ ਕਮਰੇ ਵਿੱਚ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਬਹੁਤ ਘਬਰਾਈ ਹੋਈ ਸੀ। ਉਹ ਕਮਰੇ ਵਿੱਚ ਆ ਕੇ ਮੇਰੇ ਨਾਲ ਗੱਲ ਕਰਨ ਲੱਗੀ। ਮੈਂ ਉਸ ਨੂੰ ਕਿਹਾ ਕਿ ਮੇਰੀ ਉਮਰ ਬਹੁਤ ਘੱਟ ਹੈ। ਮੈਂ ਇਸ ਰਿਸ਼ਤੇ ਲਈ ਅਜੇ ਪੂਰੀ ਤਿਆਰ ਨਹੀਂ ਹਾਂ। ਮੈਨੂੰ ਅਜੇ ਥੋੜਾ ਸਮਾਂ ਚਾਹੀਦਾ ਹੈ। ਮੇਰੇ ਪਤੀ ਨੇ ਮੇਰਾ ਹੱਥ ਫੜਦਿਆਂ ਕਿਹਾ, ਚਿੰਤਾ ਨਾ ਕਰੋ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਵੇਗਾ। ਮੈਂ ਤੁਹਾਨੂੰ ਉਸ ਜਨਮ ਤੋਂ ਛੁਟਕਾਰਾ ਦਿਵਾਇਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਮੇਰੇ ਨਾਲ ਖੁਸ਼ ਹੋ। ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿਸ ਜਨਮ ਦੀ ਗੱਲ ਕਰ ਰਹੇ ਹੋ? ਤੁਸੀਂ ਕੀ ਕਹਿ ਰਹੇ ਹੋ? ਮੇਰੇ ਪਤੀ ਰਵੀ ਨੇ ਕਿਹਾ ਕਿ ਤੁਹਾਡੀ ਮਾਂ ਇੱਕ ਵੈਸ਼ਿਆ ਹੈ। ਉਹ ਤੁਹਾਨੂੰ ਜਲਦੀ ਹੀ ਵੈਸ਼ਿਆ ਦੇ ਕੰਮ ਵਿੱਚ ਲਗਾ ਦਿੰਦੀ, ਜਿੱਥੇ ਤੁਹਾਡੀ ਜ਼ਿੰਦਗੀ ਨਰਕ ਬਣ ਜਾਂਦੀ। ਮੇਰੀ ਮਾਂ ਦੀ ਸੱਚਾਈ ਜਾਣ ਕੇ ਮੇਰੇ ਹੋਸ਼ ਉੱਡ ਗਏ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਇੱਕ ਵੈਸ਼ਿਆ ਹੈ। ਮੈਂ ਰਵੀ ਦੀ ਗੱਲ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰਵੀ ਨੇ ਕਿਹਾ, ਮੈਂ ਇਸ ਬਾਰੇ ਕੋਈ ਹੋਰ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਸੀ ਕਿ ਤੇਰੀ ਮਾਂ ਇੱਕ ਵੈਸ਼ਿਆ ਸੀ।
ਉਹ ਤੁਹਾਨੂੰ ਵੀ ਕੋਠੇ ਲੈ ਜਾਣਾ ਚਾਹੁੰਦੀ ਸੀ ਤੇ ਗਲਤ ਕੰਮ ਕਰਵਾਉਣਾ ਚਾਹੁੰਦੀ ਸੀ। ਰਵੀ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੇਰੇ ਹੱਥ ਠੰਡੇ ਹੋ ਗਏ ਸਨ। ਰਵੀ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ, ਤੁਸੀਂ ਮੇਰੇ ਨਾਲ ਸੁਰੱਖਿਅਤ ਹੋ। ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਮੈਨੂੰ ਇੰਨਾ ਚੰਗਾ ਪਤੀ ਮਿਲ ਗਿਆ, ਪਰ ਮੇਰਾ ਦਿਲ ਅਜੇ ਵੀ ਨਹੀਂ ਮੰਨ ਰਿਹਾ ਸੀ ਕਿ ਮੇਰੀ ਮਾਂ ਇੱਕ ਵੈਸ਼ਿਆ ਹੈ। ਕੁਝ ਦਿਨਾਂ ਬਾਅਦ ਰਵੀ ਨੇ ਕਿਹਾ ਕਿ ਮੀਨਾ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਤੂੰ ਮੇਰੀ ਗੱਲ ਸਮਝੇਗੀ। ਮੇਰੇ ਪਤੀ ਨੇ ਕਿਹਾ ਕਿ ਮੇਰੇ ਪਹਿਲੇ ਵਿਆਹ ਤੋਂ ਮੇਰਾ ਇੱਕ ਬੇਟਾ ਹੈ ਜੋ 4 ਸਾਲ ਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮਾਂ ਦਾ ਪਿਆਰ ਦਿਓ, ਕਿਉਂਕਿ ਮੇਰੀ ਪਹਿਲੀ ਪਤਨੀ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਰਵੀ ਪਹਿਲਾਂ ਤੋਂ ਹੀ ਸ਼ਾਦੀशुदा ਹੈ ਤੇ ਉਸ ਦਾ ਇੱਕ ਬੇਟਾ ਵੀ ਹੈ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਰਵੀ ਮੇਰੇ ਰੋਣ ਦਾ ਕਾਰਨ ਜਾਣ ਗਏ ਸੀ। ਉਹਨਾਂ ਨੇ ਮੇਰੀਆਂ ਅੱਖਾਂ ਪੂੰਝਦੇ ਹੋਏ ਕਿਹਾ, ਜੋ ਹੁੰਦਾ ਚੰਗੇ ਲਈ ਹੁੰਦਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੇਰੇ ਦਿਲ ਵਿੱਚ ਤੇਰੇ ਲਈ ਬਹੁਤ ਇੱਜ਼ਤ ਹੈ। ਰਵੀ ਦੀ ਗੱਲ ਸੁਣ ਕੇ ਮੈਂ ਵੀ ਸੋਚ ਲਿਆ ਸੀ ਕਿ ਮੈਂ ਉਸ ਬੱਚੇ ਨੂੰ ਮਾਂ ਦਾ ਪਿਆਰ ਦੇਵਾਂਗੀ। ਹੁਣ ਜੋ ਵੀ ਸੀ, ਇਹ ਮੇਰਾ ਪਰਿਵਾਰ ਸੀ ਅਤੇ ਇਸ ਵਿੱਚ ਉਸ ਬੱਚੇ ਦੀ ਕੋਈ ਗਲਤੀ ਨਹੀਂ ਸੀ। ਉਹ ਸਭ ਕੁਝ ਸਮਝਾ ਕੇ ਮੇਰੇ ਕਮਰੇ ਤੋਂ ਬਾਹਰ ਚਲੇ ਗਏ। ਹੁਣ ਮੈਂ ਵੀ ਸੌਣ ਲਈ ਲੇਟ ਗਈ। ਅਗਲੀ ਸਵੇਰ ਬੱਚਾ ਮੇਰੇ ਕੋਲ ਸੀ। ਰਵੀ ਨੇ ਕਿਹਾ, ਮੀਨਾ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਮਾਂ ਦਾ ਪਿਆਰ ਦਿਓਗੇ, ਮੈਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦਿਓਗੇ। ਹੌਲੀ ਹੌਲੀ ਮੇਰੇ ਵਿਆਹ ਨੂੰ 3 ਮਹੀਨੇ ਬੀਤ ਗਏ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਜਿਸ ਜਗ੍ਹਾ ਤੇ ਮਾਂ ਕੰਮ ਕਰਦੀ ਹੈ ਉਸ ਥਾਂ ਤੇ ਪੁਲਿਸ ਨੇ ਛਾਪਾ ਮਾਰਿਆ ਹੈ ਅਤੇ ਮੇਰੀ ਮਾਂ ਪੁਲਿਸ ਦੀ ਹਿਰਾਸਤ ਵਿੱਚ ਹੈ। ਮੇਰਾ ਇੱਕ ਭਰਾ ਵੀ ਸੀ, ਸ਼ਿਵਮ, ਜਿਸ ਦੀ ਮੈਨੂੰ ਬਹੁਤ ਚਿੰਤਾ ਹੋ ਰਹੀ ਸੀ ਕਿਉਂਕਿ ਮੇਰਾ ਭਰਾ ਅੱਧੇ ਬਹੁਤ ਛੋਟਾ ਸੀ। ਰਵੀ ਨੇ ਕਿਹਾ, ਮੀਨਾ, ਚਿੰਤਾ ਨਾ ਕਰੋ, ਮੈਂ ਉਸ ਨੂੰ ਪੜ੍ਹਾਈ ਲਈ ਹੋਸਟਲ ਭੇਜਾਂਗਾ। ਤੁਹਾਨੂੰ ਸ਼ਿਵਮ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਹੁਣ ਮੈਨੂੰ ਆਪਣੀ ਮਾਂ ਦਾ ਫਿਕਰ ਹੋਣ ਲੱਗ ਪਿਆ। ਰਵੀ ਨੇ ਕਿਹਾ, ਇਸ ਮਾਮਲੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਤੁਹਾਡੀ ਮਾਂ ਇੱਕ ਵੈਸ਼ਿਆ ਸੀ। ਮੈਂ ਉਸ ਨੂੰ ਇਸ ਕੰਮ ਲਈ ਕਈ ਵਾਰ ਵਰਜਿਆ ਪਰ ਉਸ ਨੇ ਮੇਰੀ ਇੱਕ ਨਾ ਸੁਣੀ। ਮੈਂ ਰਵੀ ਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹਾਂ। ਰਵੀ ਨੇ ਮੇਰੀ ਗੱਲ ਮੰਨ ਲਈ ਅਤੇ ਅਗਲੇ ਦਿਨ ਮੈਨੂੰ ਮਾਂ ਨੂੰ ਮਿਲਣ ਲਈ ਲੈ ਗਏ। ਮੈਂ ਆਪਣੀ ਮਾਂ ਨੂੰ ਕਿਹਾ, ਤੁਸੀਂ ਗਲਤ ਰਾਹ ਕਿਉਂ ਚੁਣਿਆ? ਅਸੀਂ ਭੁੱਖੇ ਸੌਂ ਜਾਂਦੇ ਜਾਂ ਕਿਸੇ ਤੋਂ ਭੀਖ ਮੰਗ ਕੇ ਆਪਣਾ ਪੇਟ ਭਰ ਲੈਂਦੇ, ਪਰ ਤੁਸੀਂ ਕੋਈ ਗਲਤ ਕੰਮ ਨਾ ਕਰਦੇ। ਮਾਂ ਨੇ ਕਿਹਾ, ਪੁੱਤਰ, ਮੈਂ ਬੇਵੱਸ ਸੀ, ਹੋਰ ਕੋਈ ਰਸਤਾ ਨਹੀਂ ਸੀ। ਮੈਨੂੰ ਆਪਣੀ ਮਾਂ ਦੀ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ। ਮਾਂ ਨੂੰ ਮਿਲਣ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਆ ਗਈ ਅਤੇ ਆਪਣੇ ਬੇਟੇ ਮੋਹਨ ਨੂੰ ਪੂਰੀ ਤਰ੍ਹਾਂ ਆਪਣਾ ਬਣਾ ਲਿਆ ਤੇ ਉਸ ਨੂੰ ਮਾਂ ਦਾ ਪਿਆਰ ਦੇਣ ਲੱਗੀ। ਹੌਲੀ ਹੌਲੀ ਮੇਰੇ ਵਿਆਹ ਨੂੰ 4 ਸਾਲ ਬੀਤ ਚੁੱਕੇ ਸਨ। ਅਜੇ ਤੱਕ ਵੀ ਮੇਰੇ ਕੋਈ ਔਲਾਦ ਨਹੀਂ ਸੀ। ਮੈਂ ਰੱਬ ਅੱਗੇ ਅਰਦਾਸ ਕਰਦੀ ਕਿ ਹੇ ਰੱਬਾ, ਮੈਨੂੰ ਵੀ ਕੋਈ ਬੱਚਾ ਦੇ ਦੇ। ਭਾਵੇਂ ਮੈਂ ਮੋਹਨ ਨੂੰ ਬਹੁਤ ਪਿਆਰ ਕਰਦੀ ਸੀ, ਪਰ ਮੈਂ ਵੀ ਮਾਂ ਬਣਨਾ ਚਾਹੁੰਦੀ ਸੀ। ਕਈ ਵਾਰ ਮੇਰੇ ਮਨ ਵਿੱਚ ਆਉਂਦਾ, ਮੈਂ ਇਸ ਬਾਰੇ ਰਵੀ ਨਾਲ ਗੱਲ ਕੀਤੀ ਕਿ ਮੈਨੂੰ ਡਾਕਟਰ ਕੋਲ ਲੈ ਕੇ ਜਾਓ, ਸ਼ਾਇਦ ਮੇਰੇ ਵਿੱਚ ਹੀ ਕੋਈ ਕਮੀ ਹੈ। ਪਰ ਮੇਰੀ ਗੱਲ ਤੇ ਰਵੀ ਨੇ ਇਹ ਕਹਿ ਕੇ ਟਾਲ ਮਟੋਲ ਕੀਤਾ ਕਿ ਜਦੋਂ ਸਾਡੇ ਕੋਲ ਬੇਟਾ ਹੈ ਤਾਂ ਬੱਚੇ ਦੀ ਚਿੰਤਾ ਕਰਨ ਦੀ ਕੀ ਲੋੜ ਹੈ। ਜਦੋਂ ਰੱਬ ਨੇ ਦੇਣਾ ਹੋਇਆ ਉਹ ਦੇਵੇਗਾ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਹਸਪਤਾਲ ਦੇ ਚੱਕਰ ਵਿੱਚ ਪਓ। ਸਮਾਂ ਇਸ ਤਰ੍ਹਾਂ ਹੀ ਬੀਤ ਰਿਹਾ ਸੀ। ਮੇਰੇ ਵਿਆਹ ਨੂੰ 8 ਸਾਲ ਹੋ ਗਏ ਸਨ। ਮੋਹਨ ਹੁਣ 12 ਸਾਲਾਂ ਦਾ ਹੋ ਗਿਆ ਸੀ। ਮੋਹਨ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਹੀ ਸੀ। ਮੈਂ ਉਸ ਦੀ ਮਾਂ ਦੀ ਤਰ੍ਹਾਂ ਸਾਰੀ ਦੇਖਭਾਲ ਕਰਦੀ ਸੀ। ਇੱਕ ਦਿਨ ਰਵੀ ਨੂੰ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਜਾਣਾ ਪਿਆ। ਮੇਰਾ ਬੇਟਾ ਮੋਹਨ ਇਕੱਲੇ ਸੌਣ ਤੋਂ ਡਰਦਾ ਸੀ। ਰਵੀ ਨੇ ਮੈਨੂੰ ਕਿਹਾ ਕਿ ਮੈਂ ਉੱਥੇ ਨਹੀਂ ਹੋਵਾਂਗਾ, ਇਸ ਲਈ ਤੁਸੀਂ ਮੋਹਨ ਨੂੰ ਆਪਣੇ ਕੋਲ ਬੁਲਾ ਲਓ ਜਾਂ ਤੁਸੀਂ ਉਸ ਦੇ ਕਮਰੇ ਵਿੱਚ ਚਲੇ ਜਾਓ। ਮੈਂ ਰਵੀ ਨੂੰ ਕਿਹਾ ਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਉਹ ਮੇਰਾ ਪੁੱਤਰ ਹੈ। ਮੈਨੂੰ ਪਤਾ ਹੈ ਕੀ ਕਰਨਾ ਹੈ ਅਤੇ ਕਿਵੇਂ ਹੈਂਡਲ ਕਰਨਾ ਹੈ। ਰਵੀ ਦੂਜੇ ਸ਼ਹਿਰ ਚਲਾ ਗਿਆ। ਹੁਣ ਮੈਂ ਤੇ ਮੋਹਨ ਘਰ ਵਿੱਚ ਇਕੱਲੇ ਸੀ। ਮੈਂ ਮੋਹਨ ਨੂੰ ਸਕੂਲ ਭੇਜ ਦਿੱਤਾ ਅਤੇ ਆਪਣੇ ਕੰਮ ਵਿੱਚ ਰੁੱਝ ਗਈ। ਸ਼ਾਮ ਨੂੰ ਜਦੋਂ ਮੋਹਨ ਵਾਪਸ ਆਇਆ ਤਾਂ ਮੈਂ ਉਸ ਨੂੰ ਖਾਣਾ ਦਿੱਤਾ। ਥੋੜੀ ਦੇਰ ਬਾਅਦ ਰਾਤ ਹੋ ਗਈ ਤੇ ਖਾਣਾ ਖਾ ਕੇ ਮੈਂ ਮੋਹਨ ਨੂੰ ਕਿਹਾ, ਬੇਟਾ, ਤੂੰ ਆਪਣੇ ਕਮਰੇ ਵਿੱਚ ਜਾ ਕੇ ਸੋ ਜਾ,
ਤੇ ਹੁਣ ਸੌਣ ਲਈ ਚਲਾ ਗਿਆ। ਮੈਂ ਬੈਠੀ ਟੀਵੀ ਦੇਖ ਰਹੀ ਸੀ। ਮੈਨੂੰ ਲੱਗਾ ਕਿ ਦਰਵਾਜ਼ੇ ਤੇ ਕੋਈ ਹੈ। ਮੈਂ ਜਾ ਕੇ ਦੇਖਿਆ ਤਾਂ ਦਰਵਾਜ਼ੇ ਤੇ ਕੋਈ ਨਹੀਂ ਸੀ। ਮੈਂ ਟੀਵੀ ਬੰਦ ਕਰ ਦਿੱਤਾ ਅਤੇ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਮੋਹਨ ਆਪਣੇ ਕਮਰੇ ਵਿੱਚ ਸੋ ਰਿਹਾ ਸੀ। ਅਜੇ ਥੋੜੀ ਦੇਰ ਹੀ ਹੋਈ ਸੀ ਕਿ ਮੈਂ ਮੋਹਨ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਮੈਂ ਜਲਦੀ ਨਾਲ ਉਸਦੇ ਕਮਰੇ ਵਿੱਚ ਗਈ ਤਾਂ ਉਹ ਰੋ ਰਿਹਾ ਸੀ। ਮੈਂ ਉਸ ਨੂੰ ਪੁੱਛਿਆ, ਮੋਹਨ ਪੁੱਤਰ ਕੀ ਹੋਇਆ? ਤੁਸੀਂ ਏਦਾਂ ਕਿਉਂ ਰੋ ਰਹੇ ਹੋ? ਮੋਹਨ ਨੇ ਕਿਹਾ, ਮੈਨੂੰ ਡਰ ਲੱਗ ਰਿਹਾ ਹੈ। ਜਦੋਂ ਤੱਕ ਪਾਪਾ ਨਹੀਂ ਆਉਂਦੇ ਤੁਸੀਂ ਮੇਰੇ ਨਾਲ ਸੋ ਜਾਓ। ਮੈਂ ਕਿਹਾ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਅੱਜ ਮੈਂ ਤੁਹਾਡੇ ਨਾਲ ਹੀ ਸੋਵਾਂਗੀ। ਮੈਂ ਉਸ ਨੂੰ ਥੋੜਾ ਦਿਲਾਸਾ ਦਿੱਤਾ ਅਤੇ ਉਸਦੇ ਕੋਲ ਹੀ ਲੇਟ ਗਈ। ਅਜੇ ਕੁਝ ਦੇਰ ਹੀ ਹੋਈ ਸੀ ਕਿ ਮੇਰੇ ਹੋਸ਼ ਉੱਡ ਗਏ। ਕੁਝ ਲੋਕ ਕਮਰੇ ਵਿੱਚ ਆਏ ਤੇ ਸਾਡੇ ਤੇ ਹਮਲਾ ਕਰ ਦਿੱਤਾ। ਮੈਂ ਪੂਰੀ ਜਾਨ ਲਗਾ ਕੇ ਲੜ ਰਹੀ ਸੀ। ਮੋਹਨ ਮੇਰੇ ਪਿੱਛੇ ਖੜਾ ਹੋ ਕੇ ਬਾਰ-ਬਾਰ ਕਹਿ ਰਿਹਾ ਸੀ, ਇਹ ਲੋਕ ਕੌਣ ਹਨ? ਮੈਨੂੰ ਇਹਨਾਂ ਲੋਕਾਂ ਤੋਂ ਬਚਾਓ। ਮੈਂ ਉਸ ਨੂੰ ਤਸੱਲੀ ਦੇ ਰਹੀ ਸੀ, ਪਰ ਮੈਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਕਿ ਇਹ ਲੋਕ ਕੌਣ ਹਨ ਤੇ ਮੋਹਨ ਨੂੰ ਕਿਹਾ ਲੈ ਕੇ ਜਾਣਾ ਚਾਹੁੰਦੇ ਹਨ। ਪਰ ਪਤਾ ਨਹੀਂ ਕਦੋਂ ਉਹਨਾਂ ਲੋਕਾਂ ਨਾਲ ਲੜਦਿਆਂ ਮੈਨੂੰ ਚੱਕਰ ਆ ਗਿਆ ਅਤੇ ਮੈਂ ਹੇਠਾਂ ਡਿੱਗ ਪਈ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਹਸਪਤਾਲ ਵਿੱਚ ਸੀ। ਮੋਹਨ ਮੈਨੂੰ ਆਪਣੇ ਸਾਹਮਣੇ ਦੇਖ ਕੇ ਰੋਣ ਲੱਗ ਪਿਆ ਤੇ ਮੈਨੂੰ ਜੱਫੀ ਪਾ ਲਈ। ਰਵੀ ਵੀ ਉੱਥੇ ਆ ਗਏ ਸਨ। ਪੁਲਿਸ ਨੇ ਰਾਤ ਦੀ ਘਟਨਾ ਬਾਰੇ ਮੇਰੇ ਤੋਂ ਸਭ ਕੁਝ ਜਾਣਨਾ ਚਾਹਿਆ। ਜੋ ਵੀ ਮੈਨੂੰ ਯਾਦ ਸੀ ਮੈਂ ਉਹਨਾਂ ਨੂੰ ਦੱਸ ਦਿੱਤਾ, ਪਰ ਜੋ ਸੱਚਾਈ ਮੈਨੂੰ ਪੁਲਿਸ ਨੇ ਦੱਸੀ ਉਹ ਜਾਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸ ਨੂੰ ਮੈਂ ਬੱਚਾ ਸਮਝਦੀ ਸੀ, ਇਹ ਸਭ ਉਸ ਨੇ ਕੀਤਾ। ਪੁਲਿਸ ਨੇ ਦੱਸਿਆ ਕਿ ਜਦੋਂ ਤੁਸੀਂ ਬੇਹੋਸ਼ ਹੋ ਗਏ ਤਾਂ ਸਾਨੂੰ ਮੋਹਨ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਬਾਥਰੂਮ ਵਿੱਚ ਆ ਕੇ ਫੋਨ ਕਰ ਰਿਹਾ ਹੈ। ਬਹੁਤ ਸਾਰੇ ਗੁੰਡੇ ਸਾਡੇ ਘਰ ਆ ਗਏ ਹਨ ਅਤੇ ਮੇਰੀ ਮਾਂ ਬੇਹੋਸ਼ ਹੋ ਗਈ ਹੈ ਅਤੇ ਉਹ ਗੁੰਡੇ ਸਾਨੂੰ ਲੈ ਜਾਣਾ ਚਾਹੁੰਦੇ ਹਨ। ਅਸੀਂ ਮੋਹਨ ਤੋਂ ਪਤਾ ਪੁੱਛ ਲਿਆ ਤੇ ਤੁਰੰਤ ਤੁਹਾਡੇ ਘਰ ਆ ਗਏ। ਉਹਨਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਅਤੇ ਮੋਹਨ ਨੂੰ ਕਾਰ ਵਿੱਚ ਆਪਣੇ ਨਾਲ ਲੈ ਜਾ ਰਹੇ ਸਨ। ਉਦੋਂ ਹੀ ਅਸੀਂ ਮੌਕੇ ਤੇ ਪਹੁੰਚ ਗਏ ਅਤੇ ਮੋਹਨ ਨੂੰ ਬਚਾ ਲਿਆ। ਗੁੰਡਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਉਹ ਔਰਤ ਜੋ ਮੋਹਨ ਨੂੰ ਲੈ ਜਾਣਾ ਚਾਹੁੰਦੀ ਸੀ ਕੋਈ ਹੋਰ ਨਹੀਂ ਬਲਕਿ ਮੋਹਨ ਦੀ ਮਾਂ ਹੈ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਰਵੀ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਤੁਸੀਂ ਕਿਹਾ ਸੀ ਕਿ ਤੁਹਾਡੀ ਪਹਿਲੀ ਪਤਨੀ ਮਰ ਗਈ ਹੈ, ਫਿਰ ਇਹ ਔਰਤ ਕੌਣ ਹੈ? ਰਵੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਝੂਠ ਬੋਲਿਆ ਕਿਉਂਕਿ ਮੇਰੀ ਪਹਿਲੀ ਪਤਨੀ ਇੱਕ ਚਰਿੱਤਰਹੀਣ ਔਰਤ ਸੀ ਜੋ ਮੈਨੂੰ ਅਤੇ ਆਪਣੇ ਪੁੱਤਰ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ। ਮੈਂ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਮੈਂ ਆਪਣੇ ਆਪ ਮੋਹਨ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ। ਫਿਰ ਜਦੋਂ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਤਾਂ ਮੈਂ ਮੋਹਨ ਨੂੰ ਤੁਹਾਡੇ ਕੋਲ ਛੱਡ ਦਿੱਤਾ। ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਇੰਨੇ ਦਿਨਾਂ ਬਾਅਦ ਕਿਉਂ ਮੋਹਨ ਨੂੰ ਲੈਣ ਆਈ। ਜਦੋਂ ਰਵੀ ਨੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਮੋਹਨ ਨੂੰ ਗੋਦ ਇਸ ਲਈ ਲੈਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੋਹਨ ਦੇ ਨਾਂ ਕਾਫੀ ਜਾਇਦਾਦ ਹੈ। ਉਹ ਇਸ ਜਾਇਦਾਦ ਨੂੰ ਹੜਪਣਾ ਚਾਹੁੰਦੀ ਹੈ, ਇਸ ਲਈ ਉਹ ਮੋਹਨ ਨੂੰ ਗੋਦ ਲੈਣਾ ਚਾਹੁੰਦੀ ਹੈ। ਰਵੀ ਨੇ ਕਾਨੂੰਨ ਦਾ ਸਹਾਰਾ ਲੈ ਕੇ ਆਪਣੀ ਪਹਿਲੀ ਪਤਨੀ ਨੂੰ ਕਾਨੂੰਨੀ ਤੌਰ ਤੇ ਤਲਾਕ ਦੇ ਦਿੱਤਾ। ਇਹ ਸਮਝਣ ਤੋਂ ਬਾਅਦ ਮੈਂ ਮੋਹਨ ਨੂੰ ਜੱਫੀ ਪਾ ਲਈ ਕਿਉਂਕਿ ਜੇ ਉਸ ਨੇ ਆਪਣਾ ਦਿਮਾਗ ਨਾ ਵਰਤਿਆ ਹੁੰਦਾ ਤਾਂ ਪਤਾ ਨਹੀਂ ਉਹ ਗੁੰਡੇ ਮੇਰੇ ਅਤੇ ਮੋਹਨ ਨਾਲ ਕੀ ਕਰਦੇ। ਰੱਬ ਨੇ ਮੈਨੂੰ ਕੋਈ ਬੱਚਾ ਨਹੀਂ ਦਿੱਤਾ, ਪਰ ਮੋਹਨ ਵਰਗਾ ਪੁੱਤਰ ਮਿਲਣ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੀ। ਹੌਲੀ-ਹੌਲੀ ਮੋਹਨ ਵੱਡਾ ਹੋ ਗਿਆ ਅਤੇ ਹੁਣ ਉਹ ਇੱਕ ਸੌਫਟਵੇਅਰ ਕੰਪਨੀ ਵਿੱਚ ਇੰਜੀਨੀਅਰ ਹੈ। ਸਾਨੂੰ ਦੋਵਾਂ ਨੂੰ ਬਹੁਤ ਪਿਆਰ ਕਰਦਾ ਹੈ। ਥੋੜੇ ਦਿਨਾਂ ਬਾਅਦ ਇੱਕ ਸੋਹਣੀ ਕੁੜੀ ਦੇਖ ਕੇ ਮੋਹਨ ਦਾ ਵਿਆਹ ਕਰ ਦਿੱਤਾ। ਹੁਣ ਅਸੀਂ ਬਹੁਤ ਪਿਆਰ ਨਾਲ ਰਹਿੰਦੇ ਹਾਂ। ਮੇਰੀ ਨੂੰਹ ਵੀ ਬਹੁਤ ਚੰਗੀ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।